वाहिगुरू जी का खालसा वाहिगुरू जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜਿਵੇਂ ਕਿ ਆਪ ਜਾਣਦੇ ਹੋ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਸ਼ਲੋਕ 12 ਤੇ ਵਧੇਕ ਦੀ ਲੜੀਵਾਰ ਵਿਚਾਰ ਕਰਦੇ ਆ ਰਹੇ ਹਾਂ। ਸ਼ਲੋਕ ਮਹਿਲਾ ਪੰਜਵਾਂ ਦੇ ਸ਼ਲੋਕਾਂ ਦੀ ਵਿਚਾਰ ਦੇ ਵਿੱਚ ਅਸੀਂ 15 ਨੰਬਰ ਸ਼ਲੋਕ ਤੱਕ ਦੀ ਵਿਚਾਰ ਕੱਲ ਸੰਪੂਰਨ ਕੀਤੀ ਸੀ। ਇਹਨਾਂ ਸ਼ਲੋਕਾਂ ਦੀ ਕੁੱਲ ਗਿਣਤੀ 22 ਹੈ। ਉਹ 7 ਸ਼ਲੋਕ ਜਿਹੜੇ ਬਚਦੇ ਹਨ ਉਹ ਸਾਰੇ ਹੀ ਦੋ ਪੰਕਤੀਆਂ ਦੇ ਹਨ ਤੇ ਕੋਸ਼ਿਸ਼ ਕਰਕੇ ਅਸੀਂ ਅੱਜ ਇਹ 7 ਸ਼ਲੋਕਾਂ ਦੀ ਵਿਚਾਰ ਅੱਜ ਦੀ ਕਲਾਸ ਵਿੱਚ ਪੂਰੀ ਕਰ ਲਾਂਗੇ ਤੇ ਅਗਲੇ ਹਫਤੇ ਤੋਂ ਫਿਰ ਸ਼ਲੋਕ ਮਹਿਲਾ 9ਵਾਂ ਜਿਹੜੇ ਇਸ ਤੋਂ ਬਾਅਦ ਹਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1426 ਦੇ ਉੱਪਰ ਉਹਨਾਂ ਦੀ ਵਿਚਾਰ ਅਗਲੇ ਹਫਤੇ ਅਸੀਂ ਆਰੰਭ ਕਰਾਂਗੇ। ਸੋ ਅੱਜ ਦੀ ਵਿਚਾਰ ਸ਼ਲੋਕ ਨੰਬਰ 16 ਤੋਂ ਆਰੰਭ ਕਰਦੇ ਹਾਂ ਜੀ। ਦੂਜੀ ਛੋੜ ਕੁਵਾਟੜੀ ਇਕਸ ਸੋ ਚਿਤ ਲਾਏ, ਦੂਜੈ ਭਾਵੀ ਨਾਨਕਾ ਵਹਿਨ ਲੁੜੰਦੜੀ ਜਾਏ। ਦੂਜੀ ਛੋੜ ਕੁਵਾਟੜੀ। ਕੁਵਾਟੜੀ ਜਿਹੜਾ ਲਫ਼ਜ਼ ਹੈ ਉਹ ਬਣਿਆ ਹੈ ਵਾਟ ਤੋਂ। ਵਾਟ ਦਾ ਮਤਲਬ ਹੁੰਦਾ ਰਸਤਾ। ਵਾਟ ਤੋਂ ਲਫ਼ਜ਼ ਬਣਿਆ ਵਾਟੜੀ। ਛੋਟਾ ਰਸਤਾ ਜਾਂ ਚੰਗਾ ਰਸਤਾ ਦੋਨੋਂ ਅਰਥਾਂ ਦੇ ਵਿੱਚ ਵਰਤਿਆ ਜਾਂਦਾ ਹੈ ਵਾਟੜੀ। ਜਿਵੇਂ ਅਖੀਰ ਦੇ ਕਿਸੇ ਵੀ ਅੱਖਰ ਦੇ ਕਿਸੇ ਵੀ ਲਫ਼ਜ਼ ਦੇ ਅਖੀਰ ਦੇ ਵਿੱਚ ਜਦੋਂ ੜੀ ਜਾਂ ੜਾ ਲੱਗਿਆ ਜਾਂਦਾ ਹੈ ਤਾਂ ਉਹ ਨੰਨੇ ਛੋਟੇ ਦੇ ਅਰਥਾਂ ਦੇ ਵਿੱਚ ਉਹਨੂੰ ਉਸ ਲਫ਼ਜ਼ ਦੇ ਮੀਨਿੰਗ ਕੀਤੇ ਜਾਂਦੇ ਹਨ ਤੇ ਪਿਆਰੇ ਦੇ ਅਰਥਾਂ ਦੇ ਵਿੱਚ ਵੀ ਉਸ ਨੂੰ ਵਰਤਿਆ ਜਾਂਦਾ ਹੈ। ਜਿਵੇਂ ਮੇਰਾ ਬਚੜਾ, ਉਹ ਪਿਆਰਾ ਬੱਚਾ ਜਿਹਨੂੰ ਕਹਿਣਾ ਹੋਵੇ ਤਾਂ ਉਹਨੂੰ ਕਹਿੰਦੇ ਮੇਰਾ ਬਚੜਾ। ਉਹ ਇਹ ੜਾ ਜਿਹੜਾ ਹੈ ਇਸੇ ਸੈਂਸ ਵਿੱਚ ਹੀ ਵਰਤਿਆ ਜਾਂਦਾ ਹੈ। ਤਾਂ ਵਾਟ ਤੋਂ ਬਣ ਗਿਆ ਲਫ਼ਜ਼ ਵਾਟੜੀ। ਉਹ ਇੱਥੇ ਲੇਕਿਨ ਉਹਦੇ ਅੱਗੇ ਅਗੇਤਰ ਲੱਗ ਗਿਆ ਹੈ ਕੂ, ਤੇ ਕੂ ਅਗੇਤਰ ਜਿਹੜਾ ਹੈ ਉਹ ਲੱਗਦਾ ਹੈ ਮਾੜੇ ਅਰਥਾਂ ਦੇ ਵਿੱਚ। ਸੋ ਕੁਵਾਟੜੀ ਹੋ ਜਾਏਗੀ ਗਲਤ ਰਸਤਾ, ਭੈੜਾ ਰਸਤਾ ਜਿਹੜਾ ਕੁਰਾਹੇ ਪਾਉਣ ਵਾਲਾ ਹੈ। ਸੋ ਇੱਥੇ ਗੁਰੂ ਸਾਹਿਬ ਜੋ ਹੈ ਇਹ ਸੇਧ ਦੇ ਰਹੇ ਹਨ ਕਿ ਭਾਈ ਇੱਕ ਸੋਚਿਤ ਲਾਏ, ਸਿਰਫ ਇੱਕ ਪ੍ਰਭੂ ਦੇ ਨਾਲ ਹੀ ਆਪਣੀ ਸੁਰਤ ਨੂੰ ਜੋੜ, ਆਪਣੇ ਚਿੱਤ ਨੂੰ ਉਹਦੇ ਨਾਲ ਲਗਾ ਤੇ ਦੂਜੇ ਜਿਹੜੇ ਰਸਤੇ ਹਨ ਜੋ ਮਾਇਆ ਦੇ ਮੋਹ ਵਾਲੇ ਹਨ। ਦੂਜਾ ਰਸਤਾ ਜਿਹੜਾ ਪ੍ਰਭੂ ਤੋਂ ਛੁੱਟ ਹੈ ਉਹ ਹੈ ਮਾਇਆ ਦੇ ਮੋਹ ਦਾ ਰਸਤਾ। ਤਾਂ ਉਸੇ ਦੇ ਵਾਸਤੇ ਹੀ ਇਹ ਲਫ਼ਜ਼ ਕੁਵਾਟੜੀ ਵਰਤਿਆ ਗਿਆ ਹੈ। ਤਾਂ ਗੁਰੂ ਸਾਹਿਬ ਇਸ ਪੰਕਤੀ 'ਚ ਕਹਿ ਰਹੇ ਹਨ ਕਿ ਦੂਜੀ ਛੋੜ ਕੁਵਾਟੜੀ ਇੱਕ ਸੋਚਿਤ ਲਾਏ, ਕਿ ਇੱਕ ਪ੍ਰਭੂ ਦੇ ਨਾਲ ਆਪਣੀ ਸੁਰਤ ਨੂੰ ਜੋੜੀ ਰੱਖ, ਚਿੱਤ ਨੂੰ ਜੋੜੀ ਰੱਖ ਤੇ ਮਾਇਆ ਦੇ ਮੋਹ ਵਾਲਾ ਜਿਹੜਾ ਰਸਤਾ ਹੈ ਉਹ ਕੋਝਾ ਰਸਤਾ ਹੈ, ਉਹ ਭੈੜਾ ਰਸਤਾ ਹੈ, ਉਹਨੂੰ ਤੂੰ ਛੱਡ ਦੇ। ਅਗਲੀ ਪੰਕਤੀ ਦੇ ਵਿੱਚ ਫਿਰ ਇਸੇ ਹੀ ਸੈਂਸ ਦੇ ਵਿੱਚ ਗੱਲ ਨੂੰ ਅੱਗੇ ਹੋਰ ਕਲੀਅਰ ਕਰਦੇ ਹਨ ਕਿ ਦੂਜੇ ਭਾਵੀ ਨਾਨਕਾ ਵਹਿਨ ਲੁੜੰਦੜੀ ਜਾਏ। ਦੂਜੇ ਭਾਵੀ, ਭਾਵੀ ਲਫ਼ਜ਼ ਜਿਹੜਾ ਹੈ ਇਹ ਬਹੁਵਚਨ ਦੇ ਵਿੱਚ ਆਇਆ ਭਾਵਾਂ ਦੇ ਨਾਲ, ਪਿਆਰਾਂ ਦੇ ਨਾਲ। ਕਿ ਹੋਰ ਪਿਆਰਾਂ ਦੇ ਵਿੱਚ ਜੇ ਤੁਸੀਂ ਹੋਰ ਦੂਜੀਆਂ ਚੀਜ਼ਾਂ ਦੇ ਨਾਲ ਪਿਆਰ ਲਗਾ ਲਵੋ ਤਾਂ ਉਹਨਾਂ ਪਿਆਰਾਂ ਦੇ ਵਿੱਚ ਖਚਤ ਹੋ ਕੇ ਵਹਿਨ ਲੁੜੰਦੜੀ ਜਾਏ, ਜੀਵ ਇਸਤਰੀ ਜਿਹੜੀ ਹੈ ਉਹ ਇਸ ਵਹਿਨ ਦੇ ਵਿੱਚ ਹੀ ਰੁੜਦੀ ਜਾਂਦੀ ਹੈ। ਲੁੜੰਦੜੀ ਤੋਂ ਭਾਵ ਹੁੰਦਾ ਰੁੜ ਜਾਣਾ। ਜਿਵੇਂ ਦਰਿਆ ਦਾ ਪਾਣੀ ਵਹਿੰਦਾ ਹੈ, ਤੇਜ਼ ਵਹਾਅ ਹੋਵੇ ਤਾਂ ਜਿਹੜਾ ਬੰਦਾ ਉਹਦੇ ਵਿੱਚ ਤਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਉਹ ਵੀ ਕਈ ਵਾਰੀ ਉਹਦੀ ਪਾਣੀ ਦੇ ਤੇਜ਼ ਵਹਾਅ ਦੇ ਅੱਗੇ ਵਾਹ ਨਹੀਂ ਲੱਗਦੀ ਤੇ ਉਹ ਪਾਣੀ ਦੇ ਵਹਾਅ ਦੇ ਨਾਲ ਹੀ ਕਿਧਰੇ ਦਾ ਕਿਧਰੇ ਰੁੜ ਜਾਂਦਾ ਹੈ। तो जिथे उन्हें दरिया ਨੂੰ ਪਾਰ ਕਰਨਾ ਹੁੰਦਾ ਹੈ ਉਹਦੀ ਬਜਾਏ ਉਹ ਦਰਿਆ ਦੇ ਵਿਚਕਾਰ ਹੀ ਕਿਧਰੇ ਫਸ ਕੇ ਡੁੱਬ ਜਾਂਦਾ ਹੈ। तो वहन तो भाव हो गया फ्लो, लुड़ंदड़ी जाए का मतलब है कि रुड़दे होए रुड़ जाती है। तो कहन तो भाव की है कि भाई माया दे नाल जेड़ा प्यार जेड़े लोग पा लेंदे हन वो फिर ਉਹਦੇ अंदर इन्ने फस जाते हैं, इन्ने खचत हो जाते हैं कि वो मेरे दे विचों फिर निकलन जोगे नहीं रहंदे।
ਉਹਨਾਂ ਨੂੰ ਫਿਰ ਇਹੀ ਕੁਝ, ਇਹ ਸਾਰੀ ਜ਼ਿੰਦਗੀ ਦਾ ਮਕਸਦ ਹੀ ਇਹੀ ਲੱਗਦਾ ਹੈ ਕਿ ਬਸ ਮਾਇਆ ਹੀ ਇਕੱਠੀ ਕਰਨੀ ਹੈ, ਮਾਇਆ ਦੇ ਸੁੱਖ ਹੀ ਮਾਨਨੇ ਹਨ, ਤੇ ਇਸੇ ਨੂੰ ਹੀ ਉਹ ਜ਼ਿੰਦਗੀ ਦਾ ਮਨੋਰਥ ਸਮਝ ਲੈਂਦੇ ਹਨ। तो इस पूरे श्लोक ਵਿੱਚ ਜੋ ਗੱਲ ਹੈ ਉਹ ਮਾਇਆ ਦੇ ਮੋਹ ਤੋਂ ਬਚ ਕੇ ਇੱਕ ਪ੍ਰਭੂ ਦੇ ਨਾਲ ਚਿੱਤ ਲਾਉਣ ਦੀ ਗੱਲ ਕੀਤੀ ਹੈ। तो ਦੂਜੇ ਪਿਆਰ, ਦੂਜੇ ਰਾਹ ਨੂੰ ਕੁਆਟੜੀ ਦੀ ਸੰਗਿਆ ਦਿੱਤੀ ਹੈ। ਕੋਝਾ ਰਸਤਾ, ਮਾੜਾ ਰਸਤਾ। तो ਮਾੜੇ ਰਸਤੇ ਨੂੰ ਛੱਡ ਕੇ ਇੱਕ ਪ੍ਰਭੂ ਦੇ ਨਾਲ ਇੱਕਸੋਂ ਚਿੱਤ ਲਾਏ, ਨਹੀਂ ਤਾਂ ਉਸ ਮਾਇਆ ਦੇ ਪਿਆਰ ਦੇ ਵਿੱਚ ਫਸ ਕੇ ਤਾਂ ਉਹਦੇ ਵਹਾਅ ਦੇ ਵਿੱਚ ਹੀ ਰੁੜਦੀ ਜਾਂਦੀ ਹੈ ਜੀਵ ਇਸਤਰੀ, ਜਿਹਦੇ ਨਾਲ ਜਿੱਥੋਂ ਫਿਰ ਨਿਕਲਣ ਦਾ ਕੋਈ ਵਜ੍ਹਾ ਫਿਰ ਬਚਦੀ ਨਹੀਂ ਹੈ। ਅਗਲੇ ਸ਼ਲੋਕ ਦੇ ਵਿੱਚ ਹੁਣ ਗੁਰੂ ਸਾਹਿਬ ਫਰਮਾਉਂਦੇ ਹਨ, ਤੇਹਟੜੇ ਬਾਜ਼ਾਰ ਸੌਦਾ ਕਰਨ ਵੰਜਾਰਿਆ, ਸੱਚ ਵਖਰ ਜਿਨੀ ਲੱਦਿਆ, ਸੇ ਸਚੜੇ ਆਸਾਰ। ਤੇਹਟੜੇ ਬਾਜ਼ਾਰ, ਤੇਹਟੜੇ ਲਫ਼ਜ਼ ਜਿਹੜਾ ਹੈ ਉਹ ਵੀ ਇਹ ਦੋ ਲਫ਼ਜ਼ਾਂ ਦੇ ਜੋੜ ਤੋਂ ਬਣਿਆ ਹੈ। ਹੱਟ ਤੋਂ ਬਣ ਗਿਆ ਹਟੜੇ, ਜਿਸ ਤਰ੍ਹਾਂ ਵਾਟ ਤੋਂ ਵਾਟੜੀ, ਉਵੇਂ ਹੀ ਹੱਟ ਤੋਂ ਹਟੜੇ। ਹੱਟ ਦਾ ਮਤਲਬ ਹੈ ਹੱਟੀ, ਦੁਕਾਨ। तो हटड़े हट्टियां ते हटड़े हो गए तीन हट्टियां वाले, तीन हट्टियां वाले बाजार। तो ये केड़ा बाजार है जिहड़ा जिहदे विच तीन हट्टियां ने, ते केड़ियां तीन हट्टियां ने? तो ये इशारा है माया दे तीन गुणां वाल, रजोगुण, तमोगुण ते सतोगुण। ये तीन माया दे तीन गुणां दे जिहड़ी ये हट्टी लगी हुई है, जिहड़ा बाजार खुलिया होया है, ਇਹਦੇ ਵਿੱਚ ਇਹ ਜੀਵ ਵਣਜਾਰੇ ਸੌਦਾ ਕਰਦੇ ਹਨ। ਭਾਵ ਦੁਨੀਆ ਦੇ ਸਾਰੇ ਕੰਮਕਾਰ ਮਾਇਆ ਦੇ ਹੀ ਪ੍ਰਭਾਵ ਹੇਠ, ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਹੀ ਕਰਦੇ ਹਨ। ਸੋ ਬਾਜ਼ਾਰ ਦੇ ਵਿੱਚ ਜਿਹੜੇ ਵਣਜਾਰੇ ਸੌਦਾ ਕਰ ਰਹੇ ਹਨ, ਤਾਂ ਆਪਣਾ ਸਾਰਾ ਧਿਆਨ, ਆਪਣੀ ਸਾਰੀ એનર્ਜੀ ਉਹ ਉਸੇ ਪਾਸੇ ਹੀ ਲਗਾਉਂਦੇ ਹਨ, ਤਾਂ ਕਿ ਜਿਹੜਾ ਕੰਮ ਉਹ ਕਰਨ ਆਏ ਹਨ ਉਹਨੂੰ ਉਹ ਤਸੱਲੀ ਬਖਸ਼ ਤਰੀਕੇ ਦੇ ਨਾਲ ਪੂਰਾ ਕਰ ਸਕਣ। तो इंसान रूपी वंजारा ਜਦੋਂ ਮਾਇਆ ਦੇ ਇਸ ਤਿਹਟੜੇ ਬਾਜ਼ਾਰ ਦੇ ਵਿੱਚ ਚੱਲਦਾ ਹੈ, ਤਾਂ ਉਹਦੀ ਵੀ ਜ਼ਿੰਦਗੀ ਦਾ ਸਾਰਾ ਸਮਾਂ ਤੇ ਸਾਰੀ એનર્ਜੀ ਉਹਦੀ ਇਸੇ ਕੰਮ ਵਿੱਚ ਹੀ ਲੱਗ ਜਾਂਦੀ ਹੈ, ਤੇ ਉਹ ਮਾਇਆ ਦੇ ਹੀ ਸੌਦਾ ਕਰਦਿਆਂ ਕਰਦਿਆਂ ਆਪਣੀ ਜ਼ਿੰਦਗੀ ਦਾ ਸਮਾਂ ਗੁਜ਼ਾਰ ਦਿੰਦਾ ਹੈ। तो ਇਸ ਗੱਲ ਨੂੰ ਇਸ ਅਲੰਕਾਰ ਦੇ ਵਿੱਚ ਗੁਰੂ ਸਾਹਿਬ ਨੇ ਪੇਸ਼ ਕੀਤਾ ਹੈ, ਤਿਹਟੜੇ ਬਾਜ਼ਾਰ ਸੌਦਾ ਕਰਨ ਵੰਜਾਰਿਆ, ਕਿ ਬਹੁਤੇ ਜੀਵ ਜਿਹੜੇ ਹਨ ਉਹ ਮਾਇਆ ਦੇ ਤਿੰਨ ਗੁਣਾਂ ਦੀ ਹੱਟੀਆਂ ਦੇ ਉੱਤੇ ਹੀ ਸੌਦਾ ਕਰਦੇ ਹਨ। ਭਾਵ ਆਪਣੇ ਜ਼ਿੰਦਗੀ ਦੇ ਸਾਰੇ ਕੰਮਕਾਰ ਉਹ ਇਹ ਰਜੋਗੁਣ, ਤਮੋਗੁਣ, ਸਤੋਗੁਣ ਦੇ ਅਧੀਨ ਹੀ ਹੋ ਕੇ ਕਰਦੇ ਹਨ, ਮਾਨੋ ਉਹ ਇਹਨਾਂ ਮਾਇਆ ਦੇ ਤਿੰਨ ਗੁਣਾਂ ਦਾ ਹੀ ਸੌਦਾ ਕਰਦੇ ਹਨ ਸਾਰੀ ਜ਼ਿੰਦਗੀ। ਪਰ ਅਗਲੀ ਪੰਕਤੀ 'ਚ ਗੱਲ ਗੁਰੂ ਸਾਹਿਬ ਕਰਦੇ ਹਨ ਕਿ ਜਿਹੜੇ ਇਸ ਮਾਇਆ ਦੇ ਸੌਦੇ 'ਚ ਨਹੀਂ ਜੁੜਦੇ, ਇਸ ਪ੍ਰਭਾਵ ਤੋਂ ਬਚ ਜਾਂਦੇ ਹਨ, ਗੁਰੂ ਸਾਹਿਬ ਕਹਿੰਦੇ ਹਨ ਕਿ ਅਸਲੀ ਵਪਾਰੀ ਉਹੀ ਹਨ, ਸੱਚ ਵਖਰ ਜਿਨੀ ਲੱਦਿਆ, ਸੇ ਸਚੜੇ ਆਸਾਰ। ਅਸਲ ਵਪਾਰੀ ਉਹ ਹਨ ਜਿਹੜੇ ਜਿਨ੍ਹਾਂ ਨੇ ਸੱਚੜੇ ਪਾਸਾਰ, ਸੱਚੇ ਦੇ ਪਸਾਰੇ ਨੂੰ ਲੱਦਿਆ ਹੈ। ਸੱਚ ਵਖਰ ਜਿਨ੍ਹਾਂ ਨੇ ਲੱਦਿਆ, ਸੱਚ ਵਖਰ ਦਾ ਵੀ ਭਾਵ ਹੈ ਸੌਦਾ। ਸੱਚ ਵਖਰ ਦਾ ਭਾਵ ਹੋ ਗਿਆ ਜਿਨ੍ਹਾਂ ਨੇ ਹਰੀ ਦੇ, ਪ੍ਰਭੂ ਦੇ ਸੱਚੇ ਨਾਮ ਦਾ ਸੌਦਾ ਲੱਦਿਆ ਹੈ। ਤੇ ਪਾਸਾਰ ਦਾ ਅਰਥ ਹੈ ਜਿਵੇਂ ਪੰਸਾਰੀ ਜਾਂ ਵਪਾਰੀ। ਸੱਚ ਵਖਰ ਜਿਨੀ ਲੱਦਿਆ, ਸੇ ਸਚੜੇ ਪਾਸਾਰ। ਅਸਲ ਵਪਾਰੀ, ਅਸਲ ਪੰਸਾਰੀ, ਅਸਲ ਦੁਕਾਨਦਾਰ ਉਹ ਹਨ ਜਿਨ੍ਹਾਂ ਨੇ ਸੱਚ ਦੇ ਨਾਮ ਦਾ ਵੱਖਰ ਲੱਦ ਲਿੱਤਾ ਹੈ। ਭਾਵ ਉਹਨਾਂ ਨੇ ਮਾਇਆ ਦਾ ਸੌਦਾ ਨਹੀਂ ਇਕੱਠਾ ਕੀਤਾ, ਉਹਨਾਂ ਨੇ ਪ੍ਰਭੂ ਦੇ ਨਾਮ ਰੂਪੀ ਵੱਖਰ ਜਿਹੜਾ ਹੈ ਉਹ ਇਕੱਠਾ ਕੀਤਾ ਹੈ, ਉਹਦਾ ਸੌਦਾ ਕਰਕੇ ਆਏ ਹਨ। तो ਦੁਨੀਆਦਾਰੀ ਦੇ ਵਿੱਚ ਵਪਾਰ ਦੀ ਮਿਸਾਲ ਵਰਤ ਕੇ ਗੁਰੂ ਸਾਹਿਬ ਇੱਥੇ ਵੀ ਮਾਇਆ ਦੇ ਵਿੱਚ ਫਸਣ ਤੋਂ ਚੇਤਾਵਨੀ ਦੇ ਰਹੇ ਹਨ ਕਿ ਜਿਹੜੇ ਇਸ ਮਾਇਆ ਦੇ ਤਿੰਨਾਂ ਗੁਣਾਂ ਦੇ ਹੀ ਵਪਾਰ ਦੇ ਵਿੱਚ ਰੁੱਝੇ ਰਹਿੰਦੇ ਹਨ, ਉਹ ਆਪਣਾ ਜੀਵਨ ਸਾਰਾ ਇਸੇ ਕੰਮ ਵਿੱਚ ਹੀ ਲਗਾ ਲੈਂਦੇ ਹਨ। ਪਰ ਅਸਲ ਵਪਾਰੀ ਉਹ ਹਨ ਜਿਹੜੇ ਸੱਚ ਨਾਮ ਦਾ ਵਪਾਰ ਕਰਦੇ ਹਨ, ਜਿਹੜਾ ਸੱਚ ਤੇ ਸੱਚੇ ਨਾਮ ਦਾ ਹੀ ਸੌਦਾ ਇਕੱਠਾ ਕਰਦੇ ਹਨ। ਭਾਵ ਜਿਹੜੇ ਆਪਣੀ ਜ਼ਿੰਦਗੀ ਦਾ ਸਮਾਂ ਪ੍ਰਭੂ ਦੀ ਯਾਦ ਦੇ ਵਿੱਚ ਬਤੀਤ ਕਰਦੇ ਹਨ, ਉਹ ਮਾਨੋ ਪ੍ਰਭੂ ਦੇ ਨਾਮ ਦਾ ਵਪਾਰ ਕਰ ਰਹੇ ਹਨ, ਨਾਮ ਦਾ ਸੌਦਾ ਲੱਦ ਰਹੇ ਹਨ, ਨਾਮ ਨੂੰ ਹੀ ਇਕੱਠਾ ਕਰ ਰਹੇ ਹਨ। ਸੋ ਨਾਮ ਧਨ ਨੂੰ ਇਕੱਠਾ ਕਰਨਾ, ਨਾਮ ਦਾ ਸੌਦਾ ਕਰਨਾ,
ਇਹ ਕਰਨ ਵਾਲੇ ਵਪਾਰੀ ਵਣਜਾਰੇ ਅਸਲ ਵਪਾਰੀ ਹਨ, ਜਿਹੜੇ ਆਪਣੇ ਜੀਵਨ ਦੇ ਮਕਸਦ ਨੂੰ ਭੁੱਲਦੇ ਨਹੀਂ ਹਨ। ਅਗਲਾ ਸ਼ਲੋਕ ਨੰਬਰ ਜੋ 18 ਹੈ, ਉਹਦੇ ਵਿੱਚ ਵੀ ਇਸੇ ਤਰ੍ਹਾਂ ਦੀ ਹੀ ਗੱਲ ਕੀਤੀ ਗਈ ਹੈ। ਉੱਥੇ ਮਿਸਾਲ ਹੋਰ ਲੈ ਲਈ ਹੈ ਰਾਹ ਤੇ ਤੁਰਨ ਵਾਲਿਆਂ ਦੀ, ਕਿ ਪੰਥਾ ਪ੍ਰੇਮ ਨਾ ਜਾਣੀ, ਭੂਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੈ, ਪਾਉਂਦੇ ਨਰਕ ਅੰਧਿਆਰ। ਤੱਦੇ ਦੇ ਪੈਰ 'ਚ ਅੱਧਾ ਯਈਆ ਹੈ, तो ਇਹਦਾ ਉਚਾਰਨ ਅੰਧਿਆਰ, ਅੰਧਾਰ ਨਹੀਂ ਹੋਏਗਾ, ਅੰਧਿਆਰ। ਪੰਥਾ ਪ੍ਰੇਮ ਨਾ ਜਾਣੇ, ਪੰਥ ਦਾ ਜੋ ਅਖਰੀ ਅਰਥ ਹੈ ਉਹ ਹੁੰਦਾ ਹੈ ਮਾਰਗ, ਰਸਤਾ। तो पंथा प्रेम तो भाव हो गया प्रेम का मार्ग, प्रेम का रस्ता। तो गुरु साहब कहते हैं कि जिन्हों प्रेम के रस्ते की सोझी नहीं है, वो जीव स्त्री मूर्ख है, गवार है, उन्होंने जीवन का सही रस्ता ही नहीं पता। पंथा प्रेम ना जाने, भूली फिरै गवार, वो जीव स्त्री भटकी हुई है, भुली हुई है, वो गवार है। गवार ਦਾ ਜੋ ਅਖਰੀ ਅਰਥ ਹੈ ਉਹ ਹੈ ਮੂਰਖ, ਅਣਜਾਣ। तो ਇੱਥੇ ਗੁਰੂ ਸਾਹਿਬ ਉਸ ਜੀਵ ਨੂੰ ਅਣਜਾਣ ਕਹਿ ਰਹੇ ਹਨ ਜਿਹਨੂੰ ਪਿਆਰ ਦੇ ਰਾਹ ਦੀ ਸੋਝੀ ਨਹੀਂ ਹੈ। ਕਿਸ ਪਿਆਰ ਦੀ ਗੱਲ ਹੋ ਰਹੀ ਹੈ ਉਹ ਅਗਲੀ ਪੰਕਤੀ 'ਚ ਗੱਲ ਸਪਸ਼ਟ ਹੋ ਜਾਏਗੀ। ਕਿਹੜੇ ਪਿਆਰ ਦੀ ਗੱਲ ਹੋ ਰਹੀ ਹੈ? ਦੁਨੀਆ ਵਿੱਚ ਲੋਕਾਂ ਦਾ ਬੜੀ ਵੱਖ-ਵੱਖ ਚੀਜ਼ਾਂ ਦੇ ਨਾਲ ਪਿਆਰ ਹੁੰਦਾ ਹੈ। ਕਿਸੇ ਦਾ ਧਨ ਪਦਾਰਥ ਨਾਲ, ਕਿਸੇ ਦਾ ਜਾਇਦਾਦ ਨਾਲ, ਕਿਸੇ ਦਾ ਆਪਣੇ ਪਰਿਵਾਰ ਦੇ ਨਾਲ, ਕਿਸੇ ਦਾ ਆਪਣੇ ਆਪ ਦੇ ਨਾਲ ਹੀ। कई ऐसे हंकारी होंगे हैं ਜਿਹੜੇ सिर्फ अपने आप ਨੂੰ ही प्यार करते हैं। ਭਾਂਤ-ਭਾਂਤ ਦੇ ਲੋਕਾਂ ਦੇ ਪਿਆਰ ਹੁੰਦੇ ਦੁਨੀਆ ਵਿੱਚ। ਕਈਆਂ ਨੂੰ ਹੋਰ ਬੰਦਿਆਂ ਨੂੰ ਦੂਜਿਆਂ ਦੇ ਨਾਲ ਵੀ ਪਿਆਰ ਹੋ ਜਾਂਦਾ ਹੈ। तो ऐसे भी प्यार ਦੇ ਅਨੇਕਾਂ ਕਿੱਸੇ ਸੁਣਨ ਪੜਨ ਨੂੰ ਮਿਲਦੇ ਹਨ, ਜਿਹਦੇ ਵਿੱਚ ਲੋਕੀ ਬਹੁਤ ਡੂੰਘਾਈ ਨਾਲ ਖਚਤ ਹੋ ਜਾਂਦੇ ਹਨ। ਪਰ ਗੁਰੂ ਸਾਹਿਬ ਜਿਸ ਪਿਆਰ ਦੀ ਗੱਲ ਕਰ ਰਹੇ ਹਨ ਉਹ ਅਗਲੀ ਪੰਕਤੀ 'ਚ ਉਹ ਸਪਸ਼ਟ ਹੋ ਕੇ ਸਾਹਮਣੇ ਆ ਜਾਂਦੀ ਹੈ। ਨਾਨਕ ਹਰ ਬਿਸਰਾਏ ਕੈ, पाउंदे नरक अंधियार। जिन्हां ने हरि नूं विसार दिता, भुला दिता, भाव जिन्हां ने हरि नूं भुला के हरि दे नाल प्यार नहीं पाया, पाउंदे नरक अंधियार। वो सही अर्थां विच कहा जा सकता है कि वो तां अंधेरे नरक विच पए रहिंदे हैं, घोर नरक विच पए रहिंदे हैं। एक गल बड़ी स्पष्ट है गुरबाणी दे अंदर, स्वर्ग नरक दी जो सनातनी मत के अनुसार होंद है उसनों स्वीकार नहीं किया गया। गुरु साहब ने कोई स्वर्ग नरक का कंसैप्ट जोड़ा है उसनों कोई तूल नहीं दी, कोई एक्सैप्टेंस नहीं दी, बल्कि स्वर्ग ते नरक रद्द करने की गल की है कि प्रभु के प्यारे जोड़े हैं वो तो यह स्वर्ग नरक दोनों ही रद्द करते हैं। तो पर फिर भी मैसेज समझाने वास्ते जिन्हें लोगों के मनां के अंदर स्वर्ग नरक दी गल्लां क्योंकि पक्के तौर पर बैठिया होंदियां हैं, तो किसी चीज़ से चेतावनी देनी होवे या कोई ये गल समझानी होवे कि भी जिहड़ा काम तुसीं कर रहे हो बिल्कुल ही माड़ा काम है, गलत किस्म का काम है, तो उसकी तुलना फिर नरक दे नाल कर दी जाती है उस आइडिया कन्वे करने वास्ते। तो उसे मकसद के नाल ही गुरु साहब ने इत्थे शब्दावली वरत लई है कि हर बिसराए कै, पाउंदे नरक अंधियार। कि जिहड़े प्रभु तो विसर जाते हैं, प्रभु नूं विसार देंदे ने, तो उन्होंने जिंदगी फिर क्यों जी रह जाती है? ये कोई मौत तो बाद की गल नहीं हो रही, इसे जीवन की गल हो रही है जिहड़ी कि सनातनी मत के नरक स्वर्ग के कंसैप्ट नालों बिल्कुल वखरी है, उहदे नाल मेल नहीं खाती। तो उस नरक स्वर्ग की गल तो वैसे ही नहीं हो रही। तो इत्थे गल हो रही है इसे मनुखा जीवन के अंदर जिहड़े हरि नूं विसार के जिउंदे हन, अपनी जिंदगी प्रभु नूं भुला के गुजारते हैं, गुरु साहब के अनुसार पाउंदे नरक अंधियार, मानो वो घोर नरक दे विच पए हुए हैं। तो वो क्यों घोर नरक है उन्होंने जिंदगी? क्योंकि वो फिर ऐसे ही काम करते हैं जिहड़े माया तो ही प्रेरित होंदे हैं। माया के 3 गुणों के विच फसे हुए ही वो जीवन के सारे कर्म करते हैं। उन्हां चीज़ों के नाल उन्हां दी पकड़ बन जाती है जिहड़ियां चीज़ां माया के रस दियां, माया के रस प्रोवाइड करदियां हैं। तो ऐसिया सारिया चीज़ां, सारिया उन्होंने इच्छावां कभी भी पूरियां नहीं होंदियां। तो जदों इंसान की कोई इच्छा पूर्ति नहीं होंदी तो उन्होंने फिर कष्ट होंदा है, दुखी होंदा है। तो जदों ज़्यादा ही
ਚੇਸ਼ਟਾ ਦੇ ਨਾਲ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ ਚਾਹੁੰਦਾ ਔਰ ਉਹ ਨਹੀਂ ਮਿਲਦੀ ਜਾਂ ਮਿਲੀ ਹੋਈ ਚੀਜ਼ ਖੋਈ ਜਾਂਦੀ ਹੈ ਤਾਂ ਫਿਰ ਇਨਸਾਨ ਬਹੁਤ ਜ਼ਿਆਦਾ ਦੁਖੀ ਹੁੰਦੇ ਹਨ ਤੇ ਦੁੱਖਾਂ ਦਾ ਘਰ ਉਹਨਾਂ ਦਾ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ। ਤਾਂ ਜਿਹਦਾ ਜੀਵਨ ਦੁੱਖਾਂ ਨਾਲ ਭਰਿਆ ਹੋਵੇ ਤੇ ਜੇ ਉਹ ਨਰਕ ਨਹੀਂ ਹੈ ਤੇ ਫਿਰ ਹੋਰ ਨਰਕ ਕਿਸ ਨੂੰ ਕਹਿੰਦੇ ਹਨ। ਤਾਂ ਨਰਕ ਜੋ ਮਿਸਾਲ ਹੈ, ਜੋ ਇਮੇਜ ਹੈ ਨਰਕ ਦੀ, ਉਹ ਇਹੀ ਹੈ ਜਿਹਦੇ ਵਿੱਚ ਜੀਵ ਨੂੰ ਦੁਖੀ ਕੀਤਾ ਜਾਂਦਾ ਹੈ, ਤਸੀਹੇ ਦਿੱਤੇ ਜਾਂਦੇ ਹਨ, ਕਸ਼ਟ ਦਿੱਤੇ ਜਾਂਦੇ ਹਨ। ਤੇ ਜਿਉਂਦੇ ਜੀ ਜਿਹੜੇ ਇਨਸਾਨ ਕਸ਼ਟਾਂ ਦੇ ਵਿੱਚ ਹੀ ਜੀਵਨ ਬਿਤਾ ਰਹੇ ਹਨ, ਦੁਖੀ ਹੋ ਰਹੇ ਹਨ, ਰੋਂਦੇ ਕੁਰਲਾਉਂਦੇ ਹਨ, ਉਹ ਮਾਨੋ ਨਰਕੀ ਜੀਵਨ ਹੀ ਜੀਉ ਰਹੇ ਹਨ। ਤਾਂ ਉਸ ਆਈਡੀਆ ਨੂੰ ਕਨਵੇ ਕਰਦਿਆਂ ਹੋਇਆ ਕਿ ਜਿਨ੍ਹਾਂ ਨੇ ਹਰੀ ਨੂੰ ਵਿਸਰਾ ਦਿੱਤਾ ਹੈ, ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਤਾਂ ਗੁਰੂ ਸਾਹਿਬ ਦੇ ਅਨੁਸਾਰ ਜਿਨ੍ਹਾਂ ਨੇ ਪ੍ਰਭੂ ਦੇ ਨਾਲ ਪਿਆਰ ਦਾ ਸੰਬੰਧ ਨਹੀਂ ਜੋੜਿਆ, ਭੁਲੇਖੇ ਵਿੱਚ ਹਨ, ਭਟਕੇ ਹੋਏ ਹਨ, ਮੂਰਖ ਹਨ ਤੇ ਪ੍ਰਭੂ ਨੂੰ ਭੁਲਾ ਕੇ ਮਾਨੋ ਉਹ ਨਰਕੀ ਜੀਵਨ ਜੀਉ ਰਹੇ ਹਨ। ਸੋ ਇਹਨਾਂ ਤਿੰਨਾਂ ਹੀ ਸ਼ਲੋਕਾਂ ਦੇ ਅੰਦਰ ਮਾਇਆ ਦੇ ਵੱਲੋਂ ਆਪਣੀ ਪਕੜ ਨੂੰ ਛੱਡ ਕੇ ਤੇ ਪ੍ਰਭੂ ਦੇ ਨਾਲ ਪਿਆਰ ਜੋੜਨ ਦੀ ਗੱਲ ਕੀਤੀ ਗਈ ਹੈ। 16 ਨੰਬਰ ਸ਼ਲੋਕ ਵਿੱਚ ਦੂਜੀ ਕੁਆਟੜੀ, ਦੂਜਾ ਰਸਤਾ ਛੱਡ ਕੇ ਇੱਕ ਪ੍ਰਭੂ ਦੇ ਨਾਲ ਚਿੱਤ ਲਾਉਣ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਚੇਤਾਵਨੀ ਹੈ ਕਿ ਜਿਹੜਾ ਮਾਇਆ ਦੇ ਵਿੱਚ ਫਸ ਜਾਏਗਾ ਉਹ ਉਹਦੇ ਵਹਿਣ 'ਚ ਐਸਾ ਰੁੜ ਜਾਏਗਾ ਕਿ ਉਹ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ। 17 ਨੰਬਰ ਸ਼ਲੋਕ ਦੇ ਵਿੱਚ ਮਾਇਆ ਦੇ ਬਾਜ਼ਾਰ ਦੇ ਸੌਦੇ ਦੀ ਗੱਲ ਕੀਤੀ ਗਈ ਹੈ, ਜੋ ਤਿੰਨਾਂ ਗੁਣਾਂ ਦੇ ਅਧੀਨ, ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਜਿਹੜੇ ਖਚਤ ਰਹਿੰਦੇ ਹਨ ਤੇ ਉਹਨਾਂ ਨੂੰ ਸਿਵਾਏ ਮਾਇਆ ਦੇ ਹੋਰ ਕੋਈ ਸਾਰੀ ਜ਼ਿੰਦਗੀ 'ਚ ਫਿਰ ਸੁਝਦਾ ਵੀ ਨਹੀਂ ਹੈ, ਉਹ ਉਸੇ ਵਿੱਚ ਹੀ ਆਪਣਾ ਸਾਰਾ ਜੀਵਨ ਬਿਤਾ ਦਿੰਦੇ ਹਨ। ਇਹਦੇ ਉਲਟ ਜਿਹੜੇ ਪ੍ਰਭੂ ਦੇ ਨਾਮ ਦਾ ਸੌਦਾ ਕਰਦੇ ਹਨ ਉਹਨਾਂ ਨੂੰ ਅਸਲ ਵਣਜਾਰੇ, ਅਸਲ ਪੰਸਾਰੀ ਕਹਿ ਕੇ ਗੁਰੂ ਸਾਹਿਬ ਨੇ ਉਹਨਾਂ ਦੀ ਮਿਸਾਲ ਪੇਸ਼ ਕੀਤੀ ਹੈ ਔਰ ਉਹਨਾਂ ਦੇ ਰਾਹ ਤੇ ਤੁਰਨ ਦੀ ਪ੍ਰੇਰਨਾ ਕੀਤੀ ਹੈ। ਔਰ 18 ਨੰਬਰ ਦੇ ਵਿੱਚ ਫਿਰ ਪਿਆਰ ਦੇ, ਪ੍ਰਭੂ ਦੇ ਪਿਆਰ ਦੇ ਰਾਹ ਤੇ ਤੁਰਨ ਦੀ ਗੱਲ ਕੀਤੀ ਹੈ ਤੇ ਜਿਹੜੇ ਜੀਵ ਇਸ ਪ੍ਰਭੂ ਦੇ ਪਿਆਰ ਦੇ ਰਾਹ ਤੇ ਨਹੀਂ ਤੁਰਦੇ ਉਹਨਾਂ ਨੂੰ ਭੁੱਲੇ ਹੋਏ ਤੇ ਅਣਜਾਣ ਦੀ ਤੁਲਨਾ ਦਿੱਤੀ ਗਈ ਹੈ ਤੇ ਪ੍ਰਭੂ ਨੂੰ ਭੁਲਾ ਕੇ ਜਿਹੜਾ ਜੀਵਨ ਜੀਵਿਆ ਜਾ ਰਿਹਾ ਹੈ ਉਸ ਨੂੰ, ਉਸ ਦੁਖੀ ਜੀਵਨ ਨੂੰ ਘੋਰ ਨਰਕ ਦੇ ਨਾਲ ਕੰਪੇਅਰ ਕੀਤਾ ਗਿਆ ਹੈ। ਹੁਣ ਸ਼ਲੋਕ ਨੰਬਰ 19 ਦੇ ਵਿੱਚ ਹੁਣ ਗੁਰੂ ਸਾਹਿਬ ਫਰਮਾਉਂਦੇ ਹਨ ਤੇ ਪਰ ਕਿ ਆਮ ਇਨਸਾਨ ਦੀ ਜੋ ਅਵਸਥਾ ਹੈ ਉਹ ਸਭ ਕੁਝ ਸੁਣਦਿਆਂ ਹੋਇਆਂ, ਸਾਰੀਆਂ ਲੋਕਾਂ ਦੀਆਂ ਜੀਵਨੀਆਂ ਜਿਹੜੀਆਂ ਮਾਇਆ ਦੇ ਵਿੱਚ ਖਚਤ ਹੋ ਕੇ ਬਰਬਾਦ ਹੋਈਆਂ ਹਨ ਉਹ ਦੇਖ ਕੇ ਵੀ ਬੰਦਾ ਸਿੱਖਿਆ ਨਹੀਂ ਲੈਂਦਾ। ਆਮ ਦੁਨੀਆਦਾਰ ਦੀ ਜੋ ਅਵਸਥਾ ਹੈ ਉਹ ਫਿਰ ਵੀ ਇਹੋ ਹੀ ਬਣੀ ਰਹਿੰਦੀ ਹੈ ਕਿ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿੱਤ ਨਾ ਆਵਈ, ਨਾਨਕ ਨਹੀਂ ਕਰਮ। ਕਿ ਆਮ ਦੁਨੀਆਦਾਰ ਦੇ ਇਨਸਾਨ ਦੀ ਅਵਸਥਾ ਕੀ ਹੈ ਕਿ ਉਹਦੇ ਮਨ ਤੋਂ ਮਾਇਆ ਭੁੱਲਦੀ ਨਹੀਂ ਹੈ, ਉਹਦੇ ਮਨ ਦੇ ਵਿੱਚੋਂ ਮਾਇਆ ਦੀ ਪਕੜ ਜਿਹੜੀ ਹੈ ਖਤਮ ਹੁੰਦੀ ਹੀ ਨਹੀਂ ਹੈ। ਉਹ ਹਰ ਸਮੇਂ ਦਮੜਾ ਹੀ ਦਮੜਾ, ਦਮ ਹੀ ਦਮ, ਹਰ ਦਮ ਉਹ ਦਮੜਾ ਹੀ ਮੰਗਦਾ ਹੈ, ਭਾਵ ਮਾਇਆ ਦੀ ਹੀ ਮੰਗ ਕਰਦਾ ਹੈ, ਪੈਸੇ ਦੀ ਹੀ ਮੰਗ ਕਰਦਾ ਹੈ। ਦਮ ਲਫ਼ਜ਼ ਇੱਕ ਮੀਨਿੰਗ ਹੁੰਦਾ ਹੈ ਸਾਹ ਤੇ ਇੱਕ ਦਮ ਦਾ ਅਰਥ ਹੁੰਦਾ ਹੈ ਦਮੜਾ, ਯਾਨੀ ਕਿ ਮਾਇਆ, ਰੁਪਇਆ, ਪੈਸਾ। ਉਹ ਕਈਆਂ ਨੇ ਇਹਦੇ ਅਰਥ ਕੀਤੇ ਹਨ ਕਿ ਪੈਸਾ ਹੀ ਪੈਸਾ ਮੰਗਦਾ ਹੈ ਤੇ ਕਈਆਂ ਨੇ ਅਰਥ ਕੀਤੇ ਹਨ ਕਿ ਹਰ ਦਮ ਉਹ ਦਮੜੇ ਹੀ ਮੰਗਦਾ ਹੈ, ਕਿ ਹਰ ਸਵਾਸ ਉਹਨੂੰ ਮਾਇਆ ਦੀ ਹੀ ਮੰਗ ਉਹਦੇ ਦਿਮਾਗ ਵਿੱਚ ਰਹਿੰਦੀ ਹੈ। ਤੋਂ ਇਹ ਗੱਲ ਪਹਿਲੇ ਪਾਰਟ ਨਾਲ ਵੀ ਰਲਦੀ ਹੈ ਕਿ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿੱਤ ਨਾ ਆਵਈ। ਤੇ ਫਿਰ ਪ੍ਰਭੂ ਦਾ ਚਿੱਤ ਆਉਂਦਾ ਹੀ ਨਹੀਂ ਕਿਉਂਕਿ ਹਰ ਵਕਤ ਉਹਦੇ ਦਿਮਾਗ ਦੇ ਵਿੱਚ ਤਾਂ ਮਾਇਆ ਦੀ ਹੀ ਮੰਗ ਹੈ। ਤਾਂ ਸੋ ਪ੍ਰਭ ਚਿੱਤ ਨਾ ਆਵਈ, ਨਾਨਕ ਨਹੀਂ ਕਰਮ। ਔਰ ਉਹ ਕਹਿੰਦੇ ਹਨ ਕਿ ਭਈ ਉਹਦੀ ਯਾਦ ਦੇ ਵਿੱਚ, ਉਹਦੇ ਹਿਰਦੇ ਦੇ ਵਿੱਚ ਪ੍ਰਭੂ ਦੀ ਯਾਦ, ਪ੍ਰਭੂ ਦਾ ਧਿਆਨ ਕਦੀ ਆਉਂਦਾ ਹੀ ਨਹੀਂ ਤੇ ਉਹ ਹਮੇਸ਼ਾ ਹੀ ਮਾਇਆ ਦੀ ਹੀ ਮੰਗ ਕਰਦਾ ਰਹਿੰਦਾ ਹੈ। ਪਰ ਉਹ ਕਹਿੰਦੇ ਹਨ ਕਿ ਉਸ ਦੇ ਵਿੱਚ ਹੀ ਵਸ ਹੈ, ਉਹਦੇ ਕਰਮਾਂ ਦੇ ਵਿੱਚ ਇਹ ਲੇਖ ਪ੍ਰਭੂ ਦੀ ਬੰਦਗੀ ਦਾ ਲਿਖਿਆ ਹੀ ਨਹੀਂ ਸੀ ਹੋਇਆ ਤੇ ਉਹਦੀ ਕਿਸਮਤ ਵਿੱਚ ਹੀ ਨਹੀਂ ਸੀਗਾ, ਇਸ ਕਰਕੇ ਉਹ ਮਾਇਆ ਦੇ ਵਿੱਚ ਹੀ ਖਚਤ ਰਹਿੰਦਾ ਹੈ। ਤਾਂ ਇਹ ਲਫ਼ਜ਼ ਕਰਮ ਦਾ ਜੋ ਅਰਥ ਹੈ ਉਹ ਕਰਮ ਕਿਸਮਤ ਦੇ ਅਰਥਾਂ ਦੇ ਵਿੱਚ ਦਰਪਣ ਵਿੱਚ ਕੀਤਾ ਗਿਆ ਹੈ। ਸੋ ਪ੍ਰਭ ਚਿੱਤ ਨਾ ਆਵਈ, ਨਾਨਕ ਨਹੀਂ ਕਰਮ।
ਆਮ ਤੌਰ ਤੇ ਕਰਮ ਲਫ਼ਜ਼ ਦੋ ਅਰਥਾਂ ਵਿੱਚ ਗੁਰਬਾਣੀ ਚ ਆਇਆ ਹੈ। ਇੱਕ ਕਰਮ ਹੈ ਕੰਮ ਜਾਂ ਕਿਸਮਤ, ਜੋ ਕੀਤੇ ਹੋਏ ਕਰਮਾਂ ਦੇ ਉੱਤੇ ਆਧਾਰਿਤ ਹੈ। ਇੱਕ ਕਰਮ ਜੋ ਫਾਰਸੀ ਲਫ਼ਜ਼ ਤੋਂ ਬਣਿਆ ਹੈ, ਉਹਦਾ ਅਰਥ ਹੈ ਬਖਸ਼ਿਸ਼। ਤਾਂ ਇਹਦੇ ਅਰਥ ਉਸ ਤਰੀਕੇ ਨਾਲ ਵੀ ਕੀਤੇ ਜਾ ਸਕਦੇ ਹਨ ਕਿ ਉਹ ਪ੍ਰਭੂ ਉਹਨਾਂ ਨੂੰ ਚਿੱਤ ਨਹੀਂ ਆਂਦਾ, ਕਿਉਂਕਿ ਉਹਨਾਂ ਦੇ ਉੱਤੇ ਪ੍ਰਭੂ ਵੱਲੋਂ ਇਹ ਬਖਸ਼ਿਸ਼ ਹੀ ਨਹੀਂ ਹੋਈ। ਭਾਵ ਅਰਥ ਫਿਰ ਵੀ ਉੱਥੇ ਹੀ ਜਾ ਕੇ ਨਿਕਲੇਗਾ ਕਿ ਜੇ ਪ੍ਰਭੂ ਵੱਲੋਂ ਬਖਸ਼ਿਸ਼ ਨਹੀਂ ਹੋਈ, ਭਾਵ ਉਹਨਾਂ ਦੇ ਮਸਤਕ ਦੇ ਲੇਖ ਇਹੋ ਜਿਹੇ ਨਹੀਂ ਸਨ, ਉਹਨਾਂ ਦੀ ਕਿਸਮਤ ਇਹੋ ਜਿਹੀ ਨਹੀਂ ਸੀ ਕਿ ਉਹ ਪ੍ਰਭੂ ਦਾ ਨਾਮ ਜਪਦੇ। ਤਾਂ ਨਹੀਂ ਕਰਮ ਉਹਨਾਂ ਦੇ ਕਰਮਾਂ ਵਿੱਚ ਹੀ ਨਹੀਂ ਸੀਗਾ, ਜਾਂ ਪ੍ਰਭੂ ਵੱਲੋਂ ਉਹਨਾਂ ਦੇ ਉੱਤੇ ਬਖਸ਼ਿਸ਼ ਨਹੀਂ ਹੋਈ, ਤੇ ਉਹ ਪ੍ਰਭੂ ਨੂੰ ਧਿਆਨ ਵਿੱਚ ਨਹੀਂ ਰੱਖਦੇ। ਉਹਨਾਂ ਦੇ ਚੇਤੇ ਵਿੱਚ ਪ੍ਰਭੂ ਦੀ ਯਾਦ, ਪ੍ਰਭੂ ਦਾ ਨਾਮ ਉਹਨਾਂ ਦੇ ਚੇਤੇ ਵਿੱਚ ਹੀ ਨਹੀਂ ਆਂਦਾ। ਉਹ ਹਮੇਸ਼ਾ ਹੀ ਮਾਇਆ ਦੀ ਹੀ ਮੰਗ ਕਰਦੇ ਰਹਿੰਦੇ ਹਨ। ਉਹਨਾਂ ਦੇ ਮਨ ਤੋਂ ਕਦੀ ਮਾਇਆ ਭੁੱਲਦੀ ਹੀ ਨਹੀਂ, ਹਮੇਸ਼ਾ ਉਧਰ ਹੀ ਉਹਨਾਂ ਦਾ ਧਿਆਨ ਰਹਿੰਦਾ ਹੈ। ਅਗਲਾ ਸ਼ਲੋਕ ਜੋ ਹੈ, ਸ਼ਲੋਕ ਨੰਬਰ 20, ਉਹਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਟਿੱਚਰ ਮੂਲ ਨਾ ਥੁੜੀਂਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਹਾਏ ਖਰਚ ਧਨ ਮਾਲ। ਇਹ ਸ਼ਲੋਕ ਮੈਂ ਕਈਆਂ ਨੂੰ ਕਿਸੇ ਹੋਰ ਹੀ ਅਰਥਾਂ ਦੇ ਵਿੱਚ ਵਰਤਦਿਆਂ ਹੋਇਆਂ ਵੀ ਸੁਣਿਆ ਵੇਖਿਆ ਹੈ। ਹਾਲਾਂਕਿ ਉਹ ਜਿਸ ਭਾਵਨਾ ਦੇ ਅਧੀਨ ਵਰਤਦੇ ਹਨ, ਉਹ ਭਾਵਨਾ ਆਪਣੇ ਆਪ ਵਿੱਚ ਮਾੜੀ ਨਹੀਂ ਹੈ, ਪਰ ਉਹ ਇਸਤੇਮਾਲ ਜੋ ਕਰ ਰਹੇ ਹਨ, ਉਹ ਅਰਥਾਂ ਦੀ ਅਣਜਾਣਤਾ ਦੇ ਹੁੰਦਿਆਂ ਹੋਇਆਂ ਕਰ ਰਹੇ ਹਨ। ਕੁਝ ਇੱਕ ਮੈਂ ਗੁਰਸਿੱਖਾਂ ਨੂੰ ਦੇਖਿਆ ਹੈ, ਜਿਹੜੇ ਜਦੋਂ ਉਹ ਆਪਣੀ ਤਨਖਾਹ ਜਾਂ ਹੋਰ ਆਮਦਨੀ ਕੋਈ ਆਂਦੀ ਹੈ, ਤੇ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਇਹ ਉਹਨਾਂ ਨੇ ਮਰਿਆਦਾ ਬਣਾਈ ਹੋਈ ਹੈ ਆਪਣੀ, ਕਿ ਉਹ ਉਸ ਤਨਖਾਹ ਨੂੰ ਸਭ ਤੋਂ ਪਹਿਲਾਂ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਤੇ ਦਸਵੰਧ ਦੀ ਮਾਇਆ ਵਿੱਚੋਂ ਕੱਢ ਕੇ ਗੁਰੂ ਸਾਹਿਬ ਦੇ ਅੱਗੇ ਅਰਪਣ ਕਰਦੇ ਹਨ। ਤੇ ਉਦੋਂ ਮੈਂ ਉਹਨਾਂ ਨੂੰ ਇਹ ਪੰਕਤੀ ਪੜ੍ਹਦਿਆਂ ਹੋਇਆਂ ਸੁਣਿਆ ਕਿ ਤਿੱਚਰ ਮੂਲ ਨਾ ਥੁੜੀਂਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਬਈ ਦੇਖੋ, ਮੂਲ ਦੀ ਗੱਲ ਵੀ ਆ ਗਈ, ਅਖੁੱਟ ਵੀ ਆ ਗਿਆ, ਖਾਣ ਖਰਚਣ ਦੀ ਗੱਲ ਵੀ ਆ ਗਈ, ਧਨ ਵੀ ਲਫ਼ਜ਼ ਆ ਗਿਆ, ਮਾਲ ਵੀ ਆ ਗਿਆ। ਤੋ ਇਹ ਰੁਪਏ ਪੈਸੇ ਦੀ ਗੱਲ ਹੋ ਰਹੀ ਹੈ ਨਾ। ਤੇ ਅਸੀਂ ਜਿਹੜੀ ਆਮਦਨੀ ਲੈ ਕੇ ਆਏ ਆ, ਜੇ ਇਹ ਵਾਲੀ ਪੰਕਤੀਆਂ ਪੜ੍ਹ ਕੇ ਪ੍ਰਭੂ ਗੁਰੂ ਸਾਹਿਬ ਦੇ ਅੱਗੇ ਅਸੀਂ ਇਹ ਬੇਨਤੀ ਰੂਪ ਵਿੱਚ ਪੜਾਂਗੇ, ਤਾਂ ਸਾਡਾ ਵੀ ਜਿਹੜੀ ਆਮਦਨੀ ਆਈ ਹੈ ਉਹ ਖਰਚਦੇ ਰਹਾਂਗੇ ਤੇ ਅਖੁੱਟ ਰਹੇਗੀ, ਉਹ ਖਤਮ ਨਹੀਂ ਹੋਏਗੀ। ਤੇ ਚੰਗੀ ਤਰ੍ਹਾਂ ਨਾਲ ਖਾ ਖਰਚ ਕੇ ਤੇ ਅਸੀਂ ਇਹਨੂੰ ਵਰਤ ਸਕਦੇ ਹਾਂ। ਤੋ ਇਹ ਸਿਰਫ ਲਫ਼ਜ਼ਾਂ ਦੇ ਮਗਰ ਜਾਣ ਦੀ ਜਿਹੜੀ ਸਾਡੀ ਟੈਂਡੈਂਸੀ ਹੈ, ਉਹਦੇ ਅਧੀਨ ਇਸ ਤਰੀਕੇ ਦੀ ਭਾਵਨਾ ਬਣ ਜਾਂਦੀ ਹੈ। ਹਾਲਾਂਕਿ ਇਹਦਾ ਜੋ ਅਸਲ ਕੰਟੈਕਸਟ ਹੈ, ਉਹ ਹੈ ਸ਼ਬਦ ਅਖੁੱਟ ਬਾਬਾ ਨਾਨਕਾ। ਸ਼ਬਦ ਅਖੁੱਟ, तो गल शब्द के खजाने के अखुट होने की गल हो रही है कि भाई ये शब्द का जो खजाना है, ये ऐसा है जिहड़ा कदी मुकदा नहीं है। तो भावर्थ की हम तिच्चर मूल न थुड़ींदो, जिच्चर आप कृपाल, कि परमात्मा की सिफत सलाह, परमात्मा का नाम एक ऐसा धन है, ऐसा माल है जो कदी मुकदा नहीं है। ਉਹਦਾ ਨਾਮ ਅਖੁੱਟ ਹੈ, ਉਹ ਕਦੀ ਮੁੱਕਣ ਚ ਨਹੀਂ ਆਉਂਦਾ। ਇਹ ਕਦੀ ਹੋ ਹੀ ਨਹੀਂ ਸਕਦਾ ਕਿ ਕੋਈ ਬੰਦਾ ਨਾਮ ਪ੍ਰਭੂ ਦਾ ਜਪਣਾ ਸ਼ੁਰੂ ਕਰੇ ਤੇ ਉਸ ਤੋਂ ਬਾਅਦ ਉਹਨੂੰ ਲੱਗੇ ਕਿ ਭਈ ਬਸ ਹੁਣ ਤਾਂ ਹੋ ਗਿਆ ਪੂਰਾ, ਹੋਰ ਤੇ ਹੁਣ ਬਾਕੀ ਨਾਮ ਲੈਣ ਦੀ ਕੋਈ ਸਕੋਪ ਹੀ ਨਹੀਂ ਬਚਿਆ। ਜੇ ਮੈਂ ਪ੍ਰਭੂ ਦੀ ਸਿਫਤਾਂ ਕਰਨ ਲੱਗਾ ਵਾਂ ਤੇ ਸਾਰੀਆਂ ਸਿਫਤਾਂ ਮੈਂ ਮੁਕਾ ਲਈਆਂ, ਹੋਰ ਕੋਈ ਰਹੀ ਨਹੀਂ। ਇਹ ਨਾਮੁਮਕਿਨ ਹੈ। ਇਸ ਕੰਟੈਕਸਟ ਵਿੱਚ ਮੈਨੂੰ ਹਮੇਸ਼ਾ ਉਹ ਕਹਾਣੀ ਸ਼ੇਸ਼ਨਾਗ ਵਾਲੀ ਯਾਦ ਆ ਜਾਂਦੀ ਹੈ ਕਿ ਵੀ ਜਿਹੜਾ ਕਹਿੰਦਾ ਸੀ कि भी मैं तो एक बारी 1000 नाम ले लवांगा तो बड़ी छेती मेरा काम मुक जाएगा। तो अज तक उस मिथिहासक कहानी के मुताबिक अजे तक भी वो नाम लई जा रहा है, तो उन्होंने होर प्रभु की सिफतों की सोझी मिलती जा रही है, जो मुक्कन ही नहीं आंदियां। तो वो बेचारे के सिर तो जमीन जड़ी है ना, वो भार लै नहीं रहा। कहानी मिथिहासक है, पर निर्णय जड़ा है, जो कंक्लूजन है, वो बड़ा कमाल का है। बड़े ग्राफिक ढंग के नाल, मतलब क्लैरिटी के नाल एक गल समझ आ जाती है कि प्रभु की सिफतों का कोई अंत पै ही नहीं सकता। तो उस भाव नूं इस पंक्ति च गल समझाई गई है, शब्द अखुट बाबा नानका। तो प्रभु का नाम, प्रभु की सिफत सलाह ऐसा धन माल है जो कदे मुकदा नहीं। तो गुरु साहब कहते हैं कि इस धन नूं आप ही वरत्या कर, ते खाए तो भाव है आप वरत्या कर, खर्च तो भाव है होरना दे विच वंडिया कर। भाव आप तो प्रभु की सिफत सलाह में जुड़िया ही कर,
ਤੇ ਹੋਰਨਾਂ ਨੂੰ ਵੀ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜਨ ਦੀ ਪ੍ਰੇਰਨਾ ਕਰਿਆ ਕਰ। ਖਾਏ ਵੀ ਤੇ ਖਰਚ ਵੀ। तो खाना है आप सिफत करनी, खर्चना है दूजिਆਂ ਨੂੰ ਸਿਫਤ ਵਾਸਤੇ ਪ੍ਰੇਰਨਾ। ਇਹ ਪ੍ਰਭੂ ਦੀ ਬੰਦਗੀ ਦਾ ਜੋ ਖਜ਼ਾਨਾ ਹੈ ਜਿਹੜਾ ਕਦੀ ਵੀ ਨਹੀਂ ਮੁੱਕਣ ਵਾਲਾ। ਨਾ ਕਿਸੇ ਦੇ ਆਪਣੇ ਜਪਿਆਂ ਤੇ ਨਾ ਦੂਜਿਆਂ ਕੋਲੋਂ ਵੀ ਜਪਾਇਆ, ਇਸ ਖਜ਼ਾਨੇ ਨੇ ਕਦੀ ਖਾਲੀ ਹੋਣਾ ਹੈ। तो ਇਹ ਐਸਾ ਖਜ਼ਾਨਾ ਹੈ, ਧਨ ਮਾਲ ਹੈ ਜਿਹੜਾ ਕਦੀ ਨਹੀਂ ਮੁੱਕਦਾ। ਗੁਰੂ ਸਾਹਿਬ ਪ੍ਰੇਰਨਾ ਕਰ ਰਹੇ ਹਨ ਕਿ ਇਸ ਧਨ ਨੂੰ ਆਪ ਵੀ ਵਰਤੋ ਤੇ ਹੋਰਨਾਂ ਵਿੱਚ ਵੀ ਵੰਡੋ। तो जितना चिर प्रभु कृपाल है उतना चिर ये धन कदी थुड़दा नहीं है, ये मुक ही नहीं सकता। ये मूल, ये जो रास पूंजी है, ये नाम का जो खजाना है, तिचर मूल ना थुड़ी दो जिचर आप कृपाल। जब तक किसी इंसान के उत्ते प्रभु की कृपा बनी रही है, वो प्रभु की याद दे विच प्रभु की सिफतों के नाल जुड़िया रहिंदा है ते उहनूं कदी भी इस सिफत सलाह की दात वालों कोई थोड़ महसूस नहीं हुंदी। ਉਹ ਜਿੰਨਾ ਚਿਰ ਚਾਹੇ, ਜਿੰਨੇ ਉਹਦੀ ਸਮਰੱਥਾ ਹੈ, ਉਹ ਉਹਨਾਂ ਚਿਰ ਉਸ ਪ੍ਰਭੂ ਦੀ ਸਿਫਤ ਸਲਾਹ ਬੰਦਗੀ ਦੇ ਵਿੱਚ ਜੁੜਿਆ ਰਹਿ ਸਕਦਾ ਹੈ, ਜਿੰਨਾ ਚਿਰ ਪ੍ਰਭੂ ਦੀ ਉਹਦੇ ਤੇ ਬਖਸ਼ਿਸ਼ ਬਣੀ ਰਹਿੰਦੀ ਹੈ। तो कोई नाम सिमरदा है, कोई प्रभु की सिफत सलाह में जुड़ता है, वो तां ही मुमकिन हुंदा है जदों प्रभु की बख्शिश ਉਹਦੇ ਤੇ ਹੁੰਦੀ है। सो तिचर मूल ना थुड़ींदो जिचर आप कृपाल। ਉਹ ਆਪ ਪ੍ਰਭੂ ਜਿਨ੍ਹਾਂ ਦੇ ਉੱਤੇ ਦਇਆਵਾਨ ਹੁੰਦਾ ਹੈ, ਕਿਰਪਾ ਕਰਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚੋਂ ਕਦੀ ਵੀ ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦੀ ਬੰਦਗੀ ਦਾ ਜੋ ਖਜ਼ਾਨਾ ਹੈ, ਉਹ ਕਦੀ ਮੁੱਕਦਾ ਨਹੀਂ ਹੈ। ਇਹ ਐਸਾ ਧਨ ਮਾਲ ਹੈ ਜਿਹਨੂੰ ਆਪ ਵੀ ਵਰਤੋ ਤੇ ਦੂਜਿਆਂ ਵਿੱਚ ਵੀ ਵੰਡੋ, ਤਾਂ ਹੀ ਇਸ ਸਿਫਤ ਸਲਾਹ ਦਾ ਹੋਰ ਰਸ ਆਪ ਜੀ ਨੂੰ ਪ੍ਰਾਪਤ ਹੁੰਦਾ ਰਹੇ। ਸੋ ਇਸ ਸ਼ਬਦ ਦਾ ਜੋ ਭਾਵ-ਅਰਥ ਹੈ ਉਹ ਇਸ ਨਾਮ ਖਜ਼ਾਨੇ ਦੇ ਨਾਲ ਸੰਬੰਧ ਰੱਖਦਾ ਹੈ, ਨਾ ਕਿ ਦੁਨਿਆਵੀ ਰੁਪਏ ਪੈਸੇ ਦੇ ਨਾਲ। तो ਇਹ ਧਨ ਮਾਲ ਜੋ ਹੈ, ਇਹ ਨਾਮ ਧਨ ਦੀ ਗੱਲ ਇਹਦੇ 'ਚ ਕੀਤੀ ਗਈ ਹੈ। अगला श्लोक नंबर 21 और 22, ये दो श्लोक ऐसे हैं ਜਿਹੜੇ ਆਮ ਸਾਨੂੰ ਸੁਣਨ ਨੂੰ ਮਿਲਦੇ ਹਨ ਜਦੋਂ ਵੀ ਕਿਧਰੇ ਸਹਿਜ ਪਾਠ ਦਾ ਭੋਗ ਪਾਣਾ ਹੁੰਦਾ ਹੈ। ਤਾਂ ਈਵਨ ਅਖੰਡ ਪਾਠ ਵੇਲੇ ਵੀ ਸ਼ਲੋਕ ਮਹਲਾ 9ਵਾਂ, ਕਿਉਂਕਿ ਤਕਰੀਬਨ ਸਾਰੀ ਸੰਗਤ ਦੀ ਟੈਂਡੈਂਸੀ ਹੁੰਦੀ ਹੈ ਕਿ ਵੀ ਅਸੀਂ ਭੋਗ ਵੇਲੇ ਤੇ ਜ਼ਰੂਰ ਹੀ ਹਾਜ਼ਰ ਹੋਣਾ ਹੈ, ਤੇ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਸੁਚੇਤ ਕਰਨ ਵਾਸਤੇ ਕਿ ਵੀ ਲਓ ਜੀ ਸ਼ਲੋਕ ਮਹਲਾ 9ਵਾਂ ਸ਼ੁਰੂ ਹੋਣ ਵਾਲੇ ਨੇ। तो ये श्लोक 12 के वधीक दे जिहड़े अखीरले दो श्लोक ने, ये आम तौर पर पाठी सिंह बड़ी उच्ची हेक ला के ते जरा तरन्नम विच गा के पढ़िया करते हैं, ताकि भी सारी संगत का ध्यान उन्हां वल केंद्रित हो जाए। तो अगों श्लोक महला 9वें का पाठ शुरू होने वाला है। तो ये दो श्लोक आम तौर पर इन्हों कई बार मंगलाचरण के रूप में भी पाठी सिंह पढ़ लेंदे हैं। तो ये 21 नंबर श्लोक है जी। खंभ विकांदड़े जे लहां इन्ना सामी तोल, तन जड़ाई अपने लहा सु सज्जन टोल। खंभ भाव ਜਿਹੜੇ पंख ਹੁੰਦੇ ਹਨ ਪੰਛੀਆਂ ਦੇ, ਵਿਕਾਂਦੜੇ ਵਿਕਦੇ ਹੋਏ, ਜੇ ਕਿਧਰੇ ਸੇਲ ਲੱਗੀ ਹੋਵੇ ਜਾਂ ਕਿਧਰੇ ਅਵੇਲੇਬਲ ਹੋਣ, ਕਿਸੇ ਬਾਜ਼ਾਰ 'ਚ ਮਿਲਦੇ ਹੋਣ, ਜੇ ਲਹਾਂ, ਜੇ ਮੈਨੂੰ ਮਿਲ ਜਾਣ, ਜੇ ਮੈਨੂੰ ਖੰਭ ਵਿਖਾਊ ਹੋਣ ਤੇ ਮੈਨੂੰ ਕਿਧਰੋਂ ਲੱਭ ਜਾਣ, ਕਿੰਨਾ मैं प्राप्त कर लवां, मैं हासिल कर लवां। सावी तोल, अपने आप नूं उहदे नाल तोल के, अपने आप नूं अर्पण करके। सावी तोल, सावी दा मतलब हुंदा बराबर, तोल के मैं अपने आप नूं उहनां खंभां दे बराबर तोलन वास्ते पेश कर दियां। जे किते मैनूं खंभ मिल जाण तां मैं अपना आप समर्पण कर दियां उहदे बराबर दे भार वास्ते, ताकि उहदे मुकाबले 'च मेरे अपने शरीर के मुकाबले दे विच मैनूं वो खंभ जे मिल जाण तो मैं अपने आप नूं अर्पण करन नूं राजी हाँ। जे किते मैनूं खंभ मिल जाण ते करां कि, जे खंभ मिल जाण मैनूं तो तन जड़ाई अपने लहां सु सज्जन टोल। उन्हां खंभां नूं मैं फिर अपने शरीर दे नाल लगा लवां, ताकि मेरे अंदर उड्डण की समर्था बन जाए, मैं उड्डण जोगा हो जावां। ते फिर उड़ उड़ के की तरह मैं लहा सु सज्जन टोल, उस सज्जन नूं मैं लभ लवां। टोल दा अर्थ है लभना, लहा मैंने हासिल कर लवां, प्राप्त कर लवां, लभ के मैं उन्होंने प्राप्त कर लवां। सु सज्जन, तो इहदा जो स्पेस है वो लहा तो बाद स्पेस होना चाहिए, कौमा होना चाहिए। लहा सु सज्जन टोल, वो वाला सज्जन, केड़ा सज्जन, जिहड़ा मेरा प्यारा सज्जन है। सु सज्जन,
उस सज्जन ਨੂੰ ਭਾਵ परमात्मा वास्ते प्रभु वास्ते गल हो रही है। तन जड़ाई अपने, मैं अपने तन दे नाल उन्हां खंभां नूं जड़ा लवां, उन्हां नूं अपने शरीर दे नाल लगा लवां, ताकि मेरे शरीर नूं ये समर्था मिल जाए कि मैं उड़ सकां ते ਉਹ ਉਡਾਰੀ ਲਾ ਕੇ ਤੇ ਮੈਂ ਆਪਣੇ ਸੱਜਣ ਨੂੰ ਲੱਭ ਲਵਾਂ। तो ਇਹਦੇ ਤੋਂ ਹੁਣ ਕਿਸੇ ਨੂੰ ਭੁਲੇਖਾ ਪੈ ਸਕਦਾ ਹੈ ਕਿ ਬਈ ਸ਼ਾਇਦ ਸੱਜਣ ਜਿਹੜਾ ਨਾ ਕਿਤੇ ਕਿਸੇ ਐਨ ਗੁਫਾ ਵਿੱਚ ਜੰਗਲ 'ਚ ਕਿਧਰੇ ਜਾਂ ਪਤਾ ਨਹੀਂ ਕਿਸੇ ਹੋਰ ਐਸੀ ਥਾਂ ਤੇ ਦੂਰ ਦੁਰਾਡੇ ਥਾਂ ਤੇ ਲੁਕ ਕੇ ਬੈਠਾ ਹੋਇਆ ਹੈ ਜਿਹਨੂੰ ਲੱਭਣ ਦੀ ਗੱਲ ਹੋ ਰਹੀ ਹੈ। ਇਹ ਗੱਲ ਉਹ ਨਹੀਂ ਹੈ। ਅਸਲ ਵਿੱਚ ਇਹ ਗੱਲ ਹੋ ਰਹੀ ਹੈ ਆਤਮਕ ਉਡਾਰੀ ਦੀ। ਉਹ ਖੰਭ ਵੀ ਉਹ ਹਨ ਜਿਹੜੇ ਉਹ ਸੁੱਚੇ ਉੱਚੇ ਵਿਚਾਰ ਤੇ ਮੈਨੂੰ ਕਿਤੋਂ ਮਿਲ ਜਾਣ, ਮੈਂ ਆਪਣੇ ਆਪ ਨੂੰ ਆਪਣੇ ਮਤ ਨੂੰ ਆਪਣੇ ਹੰਕਾਰ ਨੂੰ ਸਮਰਪਣ ਕਰ ਦਿਆਂ। ਖੰਭ ਵਿਕਾਂਦੜੇ ਜੇ ਲਹਾਂ, ਉਸ ਉੱਚੇ ਸੁੱਚੇ ਵਿਚਾਰ, ਉਹ ਗਾਈਡੈਂਸ, ਉਹ ਚੀਜ਼ ਉਹ ਮੈਨੂੰ ਮਿਲ ਜਾਵੇ ਜਿਹੜੀ ਮੈਨੂੰ ਪ੍ਰਭੂ ਦੇ ਨਾਲ ਮਿਲਣ ਦੀ ਸਮਰੱਥ ਹੋਵੇ, ਜਿਹੜੀ ਮੇਰੀ ਵਿਚਾਰਾਂ ਦੀ ਉਡਾਰੀ ਨੂੰ ਇੰਨੀ ਉੱਚੀ ਕਰ ਸਕੇ ਕਿ ਮੈਂ ਉਸ ਪ੍ਰਭੂ ਦੇ ਨੇੜੇ ਹੋ ਸਕਾਂ। ਵਿਚਾਰਾਂ ਦੀ ਉਚਾਈ ਦੀ ਗੱਲ ਹੋ ਰਹੀ ਹੈ, ਕਿਸੇ ਅਸਮਾਨ ਦੀ ਉਚਾਈ ਦੀ ਗੱਲ ਨਹੀਂ ਹੋ ਰਹੀ। ਕਿੰਨਾ ਸਾਵੀਂ ਤੋਲ, ਪਰ ਉਹਦੇ ਤੋਲ ਦੇ ਵਿੱਚ ਮੈਂ ਅਰਪਣ ਕਰਾਂ ਆਪਣਾ ਆਪਾ ਆਪ, ਆਪਣੀ ਹਉਮੈ ਨੂੰ ਮੈਂ ਸਮਰਪਣ ਕਰਦਿਆਂ, ਆਪਣੇ ਮਤ ਨੂੰ ਅਰਪਣ ਕਰਦਿਆਂ। ਤਨ ਜਣਾਈ ਆਪਣੇ, तो अपने नाल मैं उन्हां खंभां नूं मैं फिर जोड़ लवां अपने शरीर दे नाल, भाव अपने अंदर मैं वो गुरु दी गाइडेंस, वो उच्चे सुच्चे विचारां नूं मैं अपने अंदर धारण कर लवां ते फिर उन्हां विचारां दी सहायता दे नाल मैं उस अपने प्यारे सज्जन नूं लभ लवां। तो ये सज्जन किधरे किसी जगह गुआचा होया नहीं है। तो भाव सिर्फ ये है कि प्रभु दे नाल मैं मिलाप दी मेरी तांग है, जिन्हों इस अलंकार दे विच गुरु साहब ने जो है एक्सप्रैस किया है कि जिवें किसी पंछी की उडारी होंदी है, वो उड़ उड़ के बड़ी दूर तक जा सकता है। इत्थे जो जिग्यासू है उन्होंने इउं लगता है कि मेरा प्रीतम मेरा सज्जन मेरे तो बहुत दूर है, तो जे मैं उड़ सकां तो मैं शायद छेती उहदे नेड़े पहुंच जावां। उस भावना नूं इन्हां शब्दां दे नाल गुरु साहब ने पेश किया है। भाव अर्थ यही है कि अपने अंदरों हउमੈ का त्याग करके ਤੇ ਗੁਰੂ ਦੀ ਗਾਈਡੈਂਸ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਅਪਣਾ ਕੇ ਮੈਂ ਉਸ ਪ੍ਰਭੂ ਪਿਆਰੇ ਦੇ ਨਾਲ ਆਪਣੀ ਨੇੜਤਾ ਹਾਸਲ ਕਰ ਸਕਾਂ। ਆਖਰੀ ਸ਼ਲੋਕ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾ। ਸੱਚਾ ਪਾਤਸ਼ਾਹ, ਸਦਾ ਕਾਇਮ ਰਹਿਣ ਵਾਲਾ ਪਾਤਸ਼ਾਹ, ਉਹ ਪ੍ਰਭੂ साडा मित्र है। सज्जन सच्चा पातशाह, वो सच्चा प्रभु जो सदा कायम रहने वाला है, वो साडा मित्र है। और वो सारे शाहां दे सिर शाह है। दुनियावी सब शाह जिन्ने भी कोई जानता है, जिन्ने बारे भी किसी ने कोई जानकारी है, वो सब शाहां दे सिर वो शाह है, ਉਹਦੇ ਤੋਂ ਉੱਤੇ कोई नहीं है। वो सच्चा पातशाह जो सदा कायम रहने वाला है, वो सारे शाहां दा शाह है। तो साडा सज्जन है, साडा मित्र है, साडे जीवां दा वो सज्जन है, मित्र है, साडे ते बख्शिशां करन वाला है। जिस पास बैठिया सोई है सबना दा वेसा। और वो ऐसा बादशाह है, ऐसा सच्चा बादशाह है कि उहदे नेड़े होया, उहदे कोल बैठिया साडी भी शोभा हो जाती है। जिस पास बैठिया सोही है, शोभते हाँ असीं भी उहदे कोल बैठे हुए शोभते हाँ, साडी भी शोभा हो जाती है। तो वो सब जीवां दा आसरा, सबना दा वेसा, वेसा तो भाव है आसरा, सहारा। सहारे विसा दा जो भाव अर्थ है वही है कि जिहदे उत्ते भरोसा किया जा सकता है, जिहदे सहारे कुछ काम किए जा सकते हैं, तो भरोसेयोग है। वो सबना दा भरोसेमंद है, जिहदे सहारे जीव अपने मकसद की प्राप्ति कर सकता, अपनी मंजिल पा सकता है। तो प्रभु की सिफत सलाह के नाल इस आखिरी श्लोक गुरु अर्जन पातशाह ने विचार दिते हैं। सज्जन सच्चा पातशाह, सिर शाहां दा शाह, वो शाहां दा शाह, सारे बादशाहां दा बादशाह, वो सदा कायम रहने वाला पातशाह है, वो साडा मित्र है। ਉਹਦੇ ਪਾਸ ਬੈਠਿਆਂ, ਉਹਦੀ ਸੰਗਤ ਵਿੱਚ, ਉਹਦੇ ਨੇੜੇ ਹੋਇਆਂ, ਉਹਦੇ ਨਾਲ ਰਿਸ਼ਤਾ ਜੋੜਿਆਂ, ਉਹਦੇ ਨਾਲ ਸੰਬੰਧ ਪੈਦਾ ਕੀਤਿਆਂ, ਉਹਦੀ ਨੇੜਤਾ ਹਾਸਲ ਕੀਤਿਆਂ ਅਸੀਂ ਵੀ ਸ਼ੋਭਾ ਪਾ ਲੈਂਦੇ ਹਾਂ, ਅਸੀਂ ਵੀ ਸ਼ੋਭਦੇ ਹਾਂ। ਸਾਡੀ ਵੀ ਸਾਰੇ ਜਗਤ ਵਿੱਚ ਸਾਰੇ ਜੀਵਾਂ ਦੇ ਅੰਦਰ ਸ਼ੋਭਾ ਹੋ ਜਾਂਦੀ ਹੈ। ਭਾਵ ਉਹਨਾਂ ਸਭ ਜੀਵ ਦੀ
ਸ਼ੋਭਾ ਹੁੰਦੀ ਹੈ ਜਗਤ ਵਿੱਚ, ਜਿਹੜੇ ਪ੍ਰਭੂ ਦੀ ਨੇੜਤਾ ਹਾਸਲ ਕਰ ਲੈਂਦੇ ਹਨ, ਜਿਹੜੇ ਪ੍ਰਭੂ ਦੇ ਨਾਲ ਸਿਫਤ ਸਲਾਹ ਦਾ ਸੰਬੰਧ ਜੋੜ ਲੈਂਦੇ ਹਨ। ਉਹ ਪ੍ਰਭੂ ਸਭ ਜੀਵਾਂ ਦਾ ਆਸਰਾ ਹੈ, ਸਭ ਨੂੰ ਸਭ ਦਾਤਾਂ ਦੇਣ ਵਾਲਾ, ਸਭ ਦੀ ਪਾਲਣਾ ਕਰਨ ਵਾਲਾ ਭਰੋਸੇਮੰਦ ਦਾਤਾ ਹੈ, ਜਿਹੜਾ ਸਭ ਜੀਵਾਂ ਦਾ ਸਹਾਰਾ ਹੈ। ਤੋ ਇਹ ਇਸ ਸ਼ਲੋਕ ਦਾ ਜੋ ਭਾਵ ਹੈ। ਤੋ ਇੱਥੇ ਹੀ ਗੁਰੂ ਅਰਜਨ ਪਾਤਸ਼ਾਹ ਦੇ ਜਿਹੜੇ ਸ਼ਲੋਕ ਹਨ, ਸ਼ਲੋਕ 12 ਤੇ ਵਧੀਕ ਦੇ ਵਿੱਚ ਉਹਨਾਂ ਦੀ ਸੰਪੂਰਨਤਾ ਹੁੰਦੀ ਹੈ। ਸੋ ਅੱਜ ਦੀ ਵਿਚਾਰ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਵਿਚਾਰ ਨਾਲ ਸੰਬੰਧਿਤ ਕਿਸੇ ਦਾ ਕੋਈ ਸਵਾਲ, ਕੋਈ ਕਮੈਂਟ ਹੋਵੇ ਤਾਂ ਆਪ ਜੀ ਜ਼ਰੂਰ ਹੈਂਡ ਰੇਜ਼ ਕਰਕੇ ਆਪਣੀ ਗੱਲ ਕਰ ਸਕਦੇ ਹੋ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸੁਰਿੰਦਰ